ਕਾਕੜ ਦੇ ਕੜਾਕੇ ਤੇ ਬਿਲਾਵਲ ਭੁੱਟੋ ਜਿਹੜਾ ਉਹ ਖਾਨ ਨੂੰ ਮਿਲਣ ਵਾਸਤੇ ਬੇਤਾਬ ਆ ਤੇ ਮੌਲਾਨਾ ਦਾ ਸੌਫਟਵੇਅਰ ਅਪਡੇਟ ਹੋ ਗਿਆ ਤੇ ਆਵਾਮ ਦੀਆਂ ਨਜ਼ਰਾਂ ਜਿਹੜੀਆਂ ਇਸਲਾਮਾਬਾਦ ਤੇ ਵੱਡੀਆਂ ਅਦਾਲਤਾਂ 'ਚ ਵੱਡੇ ਫੈਸਲੇ ਮਤਵੱਕੇ ਤੇ ਸਾਡੇ ਆਰਮੀ ਚੀਫ ਨੇ ਸਦਰ ਇਲੈਕਸ਼ਨ ਦੀ ਡੇਟ ਦੇਣ ਵਾਸਤੇ ਤਿਆਰ ਨੇ। ਵਾਹ ਵਾਹ ਵਾਹ, ਸਦਰ ਇਲੈਕਸ਼ਨ ਦੀ ਡੇਟ ਦੇਣ ਲਈ ਤਿਆਰ ਆ, ਸਦਰ ਇਲੈਕਸ਼ਨ ਦੀ ਡੇਟ ਦੇਣ ਵਾਸਤੇ ਤਿਆਰ ਨੇ ਤੇ ਆਵਾਮ ਇਲੈਕਸ਼ਨ ਵਾਸਤੇ ਬੇਤਾਬ ਨੇ। ਇਲੈਕਸ਼ਨ ਮਹਿੰਗਾਈ ਨੇ ਆਵਾਮ ਦੀ ਧੂੜ ਕੱਢੀ ਹੋਈ ਆ। ਬਿਲਕੁਲ, ਇਲੈਕਸ਼ਨ ਡਾਕਟਰ ਸਾਹਿਬ ਹੋਏਗਾ ਤੇ ਫਿਰ ਹੀ ਕੋਈ ਮਜ਼ਾ ਆਏਗਾ। ਵੋਟਰ ਨੂੰ ਵੋਟਰ ਦਾ ਹੱਕ ਮਿਲਣਾ ਚਾਹੀਦਾ। ਇਲੈਕਸ਼ਨ ਜ਼ਰੂਰੀ, ਅਗਰ ਇਸ ਮੁਲਕ ਨੂੰ ਬਚਾਉਣਾ ਤਾਂ ਇਲੈਕਸ਼ਨ ਜ਼ਰੂਰੀ, ਕਿਉਂਕਿ ਜਮਹੂਰੀ ਮੁਲਕਾਂ ਦੇ ਵਿੱਚ ਇਲੈਕਸ਼ਨ ਹੀ ਹੁੰਦੇ ਨੇ। ਜਦ ਤੱਕ ਮੁਲਕ ਦੇ ਵਿੱਚ ਸਟਰਾਂਗ ਹਕੂਮਤ ਨਹੀਂ ਬਣਦੀ ਨਾ, ਉਸ ਵਕਤ ਤੱਕ ਮੁਲਕ ਦੇ ਹਾਲਾਤ ਸਹੀ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨਾਲ ਕੋਈ ਬੰਦਾ ਵੀ ਲੈਣ ਦੇਣ ਨਹੀਂ ਕਰ ਰਿਹਾ, ਸਿਰਫ ਇਹਨਾਂ ਦੀ ਕਮਜ਼ੋਰ ਹਕੂਮਤ ਦੀ ਵਜ੍ਹਾ ਦੇ ਨਾਲ। ਬਿਲਕੁਲ, ਅਸਲ ਦੇ ਵਿੱਚ ਡਾਕਟਰ ਸਾਹਿਬ ਇੰਝ ਆ ਕਿ ਹਕੂਮਤ ਜਿਹੜੀ ਵੀ ਆਉਂਦੀ ਆ ਉਹਦੇ ਵਿੱਚ ਜਿਵੇਂ ਇੱਕ ਤਲਾਅ 'ਚ ਕੋਈ ਗੰਦੀ ਮੱਛੀ ਹੁੰਦੀ ਨਾ ਤੇ ਉਹ ਸਾਰੇ ਤਲਾਅ ਨੂੰ ਕਰਦੀ, ਉਹਨਾਂ ਵਿੱਚ ਬੰਦੇ ਲਾਲਚੀ ਹੁੰਦੇ ਨੇ। ਇੱਕ ਇਹ ਹਕੂਮਤ ਨੇ ਹੁਣ ਨਵੀਂ ਖਬਰ ਗਰਦਸ਼ 'ਚ ਆ ਕਿ 5000 ਵਾਲਾ ਨੋਟ ਬੰਦ ਕਰਦੇ ਪਏ ਨੇ। ਦੇਖੋ ਜੀ, 5000 ਵਾਲਾ ਨੋਟ ਬੰਦ ਹੋਏਗਾ ਤੇ ਫਿਰ ਹੀ ਕਰਪਸ਼ਨ ਖਤਮ ਹੋਏਗੀ ਨਾ। ਇਹ ਗੌਰਮੈਂਟ ਦੀ ਬਹੁਤ ਅੱਛੀ ਪਾਲਿਸੀ ਆ। ਕਰੰਸੀ ਜਿਤਨੀ ਛੋਟੀ ਹੋਏਗੀ ਨਾ ਉਤਨੀ ਕਰਪਸ਼ਨ ਕਮ ਹੋਏਗੀ। ਤੇ ਆਰਮੀ ਚੀਫ ਜਿਹੜੇ ਨੇ ਨਾ ਆਪਣੇ, ਉਹਨਾਂ ਨੇ ਐਕਸ਼ਨ ਲਿਆ ਤਾਂ ਹੈ ਕਿ ਕਹਿੰਦੇ ਜਿਹੜੇ ਇਹ ਰੋਕੋ, ਜਿਹੜੇ ਚੀਨੀ ਸਮਗਲ ਕਰਦੇ ਆ, ਸਮਗਲਰਾਂ ਦੇ ਖਿਲਾਫ ਵੀ ਡੰਡਾ ਚੱਕਿਆ ਤੇ ਚੀਨੀ ਫੌਰਨ ਥੱਲੇ ਆ ਗਈ ਆ। ਅੱਛੀ ਕੋਸ਼ਿਸ਼ ਆਰਮੀ ਚੀਫ ਦੀ। ਆਰਮੀ ਚੀਫ ਐਕਸ਼ਨ ਲਏਗਾ ਤੇ ਫਿਰ ਹੀ ਇਹ ਸਿਆਸਤਦਾਨ ਸਿੱਧੇ ਹੋਣਗੇ ਤੇ ਫਿਰ ਹੀ ਇਹ ਮੁਲਕ ਦੇ ਦਾਰੇ ਸਿੱਧੇ ਹੋਣਗੇ। ਜਬ ਤੱਕ, ਕਿਉਂਕਿ ਸਾਡੇ ਮੁਲਕ ਦੇ ਜਿਤਨੇ ਮਸਾਇਲ ਨੇ ਨਾ, ਸੈਲਾਬ ਹੋ ਗਿਆ, ਤੂਫਾਨ ਹੋ ਗਿਆ, ਸਰਹੱਦ 'ਤੇ ਕੋਈ ਮਸਲਾ ਹੋ ਗਿਆ, ਇਹ ਸਾਰੇ ਆਰਮੀ ਚੀਫ ਹੀ ਇਹਨਾਂ ਨੂੰ ਹੱਲ ਕਰਦੇ ਨੇ। ਸਿਆਸਤਦਾਨਾਂ ਦੇ ਕੰਮ ਹੀ ਕੋਈ ਨਹੀਂ। ਅੱਛਾ, ਸਿਆਸਤਦਾਨ ਤੇ ਬਸ ਲੁੱਟਦੇ ਨੇ, ਮੁਲਕ ਤੋਂ ਬਾਹਰ ਲੈ ਜਾਂਦੇ ਨੇ। ਡਾਕਟਰ ਸਾਹਿਬ ਦੂਸਰਾ ਤੁਹਾਨੂੰ ਇਹ ਦੱਸਾਂ ਕਿ ਜਿਹੜੀ ਆਵਾਮ ਆ, ਆਵਾਮ ਨੂੰ ਤੇ ਆਪਣੀ ਰੋਟੀ ਨਾਲ, ਤੇ ਉਹ ਭਾਵੇਂ ਇਮਰਾਨ ਖਾਨ ਅੰਦਰ ਹੋਵੇ ਤੇ ਭਾਵੇਂ ਨਵਾਜ਼ ਸ਼ਰੀਫ ਹੋਵੇ ਤੇ ਭਾਵੇਂ ਕੋਈ ਬਾਹਰ ਹੋਵੇ ਤੇ ਜਿੱਥੇ ਮਰਜ਼ੀ ਹੋਵੇ, ਉਹਨਾਂ ਨਾਲ ਤੇ ਕੋਈ ਸਰੋਕਾਰ ਨਹੀਂ ਆਵਾਮ ਨੂੰ। ਆਵਾਮ ਜੀ ਬਹੁਤ ਬਦਜ਼ਨ ਹੋਈ ਖੜੀ ਆ ਇਹਨਾਂ ਸਿਆਸਤਦਾਨਾਂ ਤੋਂ ਤੇ ਇੰਤਹਾਈ ਪਰੇਸ਼ਾਨ ਆ, ਕਿਉਂਕਿ ਆਵਾਮ ਤਾਂ ਸਿਰਫ ਰੋਟੀ ਚਾਹੁੰਦੀ ਆ। ਜਿਸ ਬੰਦੇ ਨੂੰ ਰੋਟੀ ਨਹੀਂ ਲੱਭਣ ਡਈ ਜੀ, ਜਿਸ ਬੰਦੇ ਨੂੰ ਰੋਟੀ ਨਹੀਂ ਮਿਲਦੀ, ਉਹਨੇ ਹੋਰ ਕੀ ਐਕਟੀਵਿਟੀਜ਼ ਕਰਨੀਆਂ ਮੁਲਕ ਦੇ ਵਿੱਚ, ਉਹਨੂੰ ਮੁਲਕ ਦੇ ਨਾਲ ਕੀ ਇੰਟਰਸਟ ਆ ਉਹ। ਅੱਛਾ ਡਾਕਟਰ ਸਾਹਿਬ, ਜਿਹੜੇ ਕੱਲ੍ਹ ਤੱਕ ਜਿਹੜੇ ਇਕੱਠੇ ਹੋ ਕੇ 13-14 ਜਮਾਤਾਂ 15-16 ਬਣ ਗਈਆਂ ਸੀ, ਇੱਕ ਜਗ੍ਹਾ 'ਤੇ ਸੀ, ਕਪਤਾਨ ਦੇ ਖਿਲਾਫ ਸੀ, ਆਵਾਮ ਨੂੰ ਪਾਗਲ ਬਣਾਇਆ ਸੀ, ਅੱਜ ਕੱਲ੍ਹ ਮੌਲਾਨਾ ਆਪਣੀ ਤਰਫ ਖਿੱਚ ਰਿਹਾ ਤੇ ਇਹ ਆਪਸ ਵਿੱਚ ਕਿੱਦਾਂ ਲੜ ਪਏ ਨੇ? ਉਹ ਤਾਂ ਜੀ ਖਾਨ ਦੇ ਵਾਸਤੇ ਇਕੱਠੇ ਹੋਏ ਸੀ ਨਾ, ਕਿ ਖਾਨ ਜਿਹੜਾ ਉਹ ਨਿਕਲੇ, ਖਾਨ ਦੀ ਹਕੂਮਤ ਤੋੜਨ ਵਾਸਤੇ ਇਕੱਠੇ ਹੋਏ ਸੀਗੇ। ਹਾਲਾਂਕਿ ਇਹਨਾਂ ਦੀ ਆਪਸ ਵਿੱਚ ਬਣਦੀ ਕੋਈ ਨਹੀਂ, ਕਿਉਂਕਿ ਇਹਨਾਂ ਦੇ ਆਪਣੇ ਆਪਣੇ ਮਫਾਦਾਤ ਨੇ। ਇਹ ਆਪਣਾ ਆਪਣਾ ਪੈਸਾ ਇਨਵੈਸਟ ਕਰਦੇ ਨੇ ਤੇ ਮੁਲਕ ਨੂੰ ਇਹ ਮਫਾਦ ਲੈ ਕੇ ਪੈਸੇ ਬਾਹਰ ਕੱਢਦੇ ਨੇ। ਖਾਨ ਕੱਢਣ ਨਹੀਂ ਦਿੰਦਾ। ਅੱਛਾ ਅਲਾਮਾ ਸਾਹਿਬ, ਗੱਲ ਇਹ ਵੇ ਅਲਾਮਾ ਡਾਕਟਰ ਸਾਹਿਬ ਕਿ ਗਰੀਬ ਦੇ ਘਰ ਤੇ ਬਿਜਲੀ ਦਾ ਬਿੱਲ ਦੇਣ ਲਈ ਪੈਸੇ ਕੋਈ ਨਹੀਂ, ਗਰੀਬ ਤੇ ਰੋਟੀ ਤੋਂ ਪਰੇਸ਼ਾਨ। ਉਹ ਤਾਂ ਸਿੰਧ ਦੇ ਹੁਕਮਰਾਨਾਂ ਦੇ ਘਰਾਂ 'ਚੋਂ ਕਹਿੰਦੇ ਬੋਰੀਆਂ ਨਿਕਲਦੀਆਂ ਪਈਆਂ। ਦੇਖੋ ਜੀ, ਜਿਤਨਾ ਪੈਸਾ ਆਵਾਮ ਦੇ ਵਿੱਚੋਂ ਇਕੱਠਾ ਕਰਦੇ ਆ, ਟੈਕਸ ਥੋੜ੍ਹੇ ਨੇ, ਉਹ ਬੋਰੀਆਂ ਹੀ ਭਰਦੇ ਆ, ਮੁਲਕ ਦੇ ਉੱਤੇ ਤਾਂ ਲਾਉਂਦੇ ਕੋਈ ਨਹੀਂ। ਮੁਲਕ ਦੇ ਉੱਤੇ ਅਗਰ ਉਹੀ ਪੈਸਾ ਮੁਲਕ ਦੇ ਉੱਤੇ ਲੱਗੇ ਨਾ ਤੇ ਮੁਲਕ ਸਾਡਾ ਦੀ ਹਾਲਾਤ ਐਵੇਂ ਨਾ ਹੋਵੇ। ਦੇਖੋ ਨਾ ਇੰਡੀਆ ਦੇ ਹਾਲਾਤ ਦੇਖੋ, ਇੰਤਹਾਈ ਗਰੀਬ ਆਵਾਮ, ਗਰੀਬ ਮੁਲਕ ਚੰਦ 'ਤੇ ਪੁੱਜਿਆ ਖੜਾ ਤੇ ਸਾਡਾ ਮੁਲਕ ਕਾਹਤੇ ਚੜ੍ਹਿਆ ਖੜਾ? ਸਾਡਾ ਮੁਲਕ ਤਾਂ ਬਸ ਸਮਝੋ ਅੰਬ 'ਤੇ ਚੜ੍ਹ ਗਿਆ। ਅੰਬ 'ਤੇ ਚੜ੍ਹ ਗਿਆ। ਚੰਦ 'ਤੇ ਚੜ੍ਹਨ ਦੀ ਬਜਾਏ ਸਾਨੂੰ ਵੀ ਤਰੱਕੀ ਕਰਨੀ ਚਾਹੀਦੀ। ਅਤੇ ਡਾਕਟਰ ਸਾਹਿਬ ਬਾਕੀ ਤੁਸੀਂ ਵੇਖੋ ਨਾ ਕਿ ਜਿਹੜੇ ਗਰੀਬ ਬੰਦੇ ਨੇ, ਜਿਨ੍ਹਾਂ ਦੇ ਕੋਲੋਂ ਟੈਕਸ ਲੈਂਦੇ ਨੇ, ਠੀਕ ਆ, ਜਿਨ੍ਹਾਂ ਕੋਲ ਟੈਕਸ ਲੈਂਦੇ ਨੇ, ਉਹ ਵਿਚਾਰਿਆਂ ਕੋਲ ਸਾਈਕਲ ਵੀ ਕੋਈ ਨਹੀਂ। ਅਤੇ ਜਿਹੜਾ ਹੁਕਮਰਾਨ ਬਣਦਾ ਕੱਲ੍ਹ ਤੱਕ ਉਹਦੇ ਪੱਲੇ ਕੱਖ ਨਹੀਂ ਹੁੰਦਾ, MNA ਬਣ ਕੇ ਅਸੈਂਬਲੀ 'ਚ ਪਹੁੰਚਦਾ ਅਤੇ ਉਹਨਾਂ ਦੇ ਬੱਚੇ ਵੀ ਬਜ਼ਾਰੋਂ ਲਈ ਫਿਰਦੇ ਨੇ। ਦੇਖੋ ਜੀ, ਸਾਈਕਲ ਵੇਚ ਕੇ ਤਾਂ ਵਿਚਾਰਾ ਬਿੱਲ ਭਰਨ ਡਿਆ। ਜਿਸ ਬੰਦੇ ਦੇ ਕੋਲ ਸਾਈਕਲ ਸੀ, ਜਿਸ ਬੰਦੇ ਦੇ ਕੋਲ ਖੋਤਾ ਰੇਹੜੀ ਸੀ, ਜਿਸ ਬੰਦੇ ਦੇ ਕੋਲ ਕੋਈ ਵੀ ਚੀਜ਼ ਹੈ ਸੀ, ਘਰ ਦਾ ਸਾਮਾਨ ਵੇਚ ਕੇ ਤੇ ਗਰੀਬ ਆਦਮੀ ਬਿੱਲ ਭਰਨ ਡਿਆ। ਅਤੇ ਸਿਰਫ ਪਾਕਿਸਤਾਨ ਦੀ ਆਵਾਮ ਵਾਸਤੇ ਜਿਹੜਾ ਬਿੱਲ ਆ ਨਾ, ਆਵਾਮ ਨੂੰ ਮਾਰਨ ਵਾਸਤੇ ਇਹੀ ਕਾਫੀ ਹੈ। ਅੱਛਾ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਹੋਰ ਵੀ ਦੱਸਾਂ। ਸੁਣਿਓ ਤੇ ਮਿੱਤਰੋ, ਤੁਸੀਂ ਵੇਖਦੇ ਪਏ SAJ TV ਅਤੇ ਆਪਾਂ ਮੁਖਾਤਬ ਹਾਂ ਡਾਕਟਰ ਅਲਾਮਾ ਸੈਫ ਸਾਹਿਬ ਦੇ ਨਾਲ। ਅਤੇ ਸ਼ਰੀਅਤ ਅਤੇ ਜਮਹੂਰੀਅਤ ਦਾ ਫ਼ਰਕ ਵੀ ਮੈਂ ਡਾਕਟਰ ਸਾਹਿਬ ਦੱਸਦੇ ਹਾਂ। ਸ਼ਰੀਅਤ ਇਹਦਾ ਨਾਂ ਆ ਕਿ ਜਿਹੜਾ ਮਾਲਦਾਰ ਆ ਨਾ, ਉਹਦੇ 'ਤੇ ਜ਼ਕਾਤ ਵਾਜਬ ਆ, ਉਹਨੇ ਜ਼ਕਾਤ ਦੇਣੀ ਆ, ਉਹ 'ਤੇ ਵਾਜਬ ਆ। ਅਤੇ ਜਮਹੂਰੀਅਤ ਕਿਹਦਾ ਨਾਂ ਆ? ਜਿਹੜਾ ਮਾੜਾ ਬੰਦਾ ਨਾ ਸਾਰਿਆਂ ਤੋਂ, ਉਹਨੇ ਟੈਕਸ ਦੇਣੇ ਨੇ, ਉਹਨੇ ਟੈਕਸ ਦੇਣੇ ਨੇ ਅਤੇ ਤਕੜਿਆਂ ਬੰਦਿਆਂ ਦੇ ਕੰਮ ਚੱਲਣੇ ਨੇ, ਘਰ ਚੱਲਣੇ ਨੇ। ਦੇਖੋ ਜੀ, ਜਮਹੂਰੀਅਤ ਕਿਸੇ ਵੀ ਮਸਲੇ ਦਾ ਹੱਲ ਨਹੀਂ। ਨਾ ਮੈਂ ਜਮਹੂਰੀਅਤ ਦੇ ਹੱਕ ਵਿੱਚ ਹਾਂ। ਜਮਹੂਰੀਅਤ ਜਰਾਇਮ ਦੀ ਪਨਾਹਗਾਹ ਵਾ ਅਤੇ ਜਮਹੂਰੀਅਤ ਜਿਹੜੀ ਆ ਕਿਸੇ ਵੀ ਮੁਲਕ ਨੂੰ ਗਰੀਬ ਕਰਨ ਵਾਸਤੇ ਜਮਹੂਰੀਅਤ ਕਾਫੀ ਆ। ਅਸੀਂ ਸ਼ਹਿਨਸ਼ਾਹੀਅਤ ਦੇ ਹੱਕ ਵਿੱਚ ਹਾਂ। ਜਦੋਂ ਵੀ ਪਾਕਿਸਤਾਨ ਦੇ ਵਿੱਚ
ਸ਼ਹਿਨਸ਼ਾਹੀਅਤ ਹੋਈ ਆ, ਸਦਾਰਤੀ ਨਿਜ਼ਾਮ ਹੋਇਆ, ਬਲਦਿਆਤੀ ਨਿਜ਼ਾਮ ਸਟਰਾਂਗ ਹੋਇਆ, ਜਾਂ ਸਮਝ ਲਓ ਕਿ ਇਸ ਤੋਂ ਅੱਗੇ ਮਾਰਸ਼ਾਲਾ ਆਈ ਆ, ਉਦੋਂ ਹੀ ਮੁਲਕ ਨੇ ਤਰੱਕੀ ਕੀਤੀ ਆ, ਮੁਲਕ ਸਟਰਾਂਗ ਹੋਇਆ, ਗਰੀਬ ਨੂੰ ਰੋਟੀ ਮਿਲੀ ਆ। ਜਦੋਂ ਜਮਹੂਰੀਅਤ ਆਈ ਆ ਉਦੋਂ ਗਰੀਬ ਦੀ ਰੋਟੀ ਛੀਨ ਲਈ ਗਈ ਆ। ਅੱਛਾ ਡਾਕਟਰ ਸਾਹਿਬ, ਮੈਂ ਜਾਂਦਿਆਂ ਹੋਇਆ ਇੱਕ ਇਹ ਵੀ ਤੁਹਾਨੂੰ ਗੱਲ ਪੁੱਛਾਂਗਾ ਕਿ ਸੱਜਣਾ ਕਾਫੀ ਮੈਸੇਜ ਕੀਤਾ ਸੀ ਕਿ ਅੱਜ ਕੱਲ੍ਹ ਮਹਿਮਾਨ ਜਿਹੜਾ ਨਾ ਮਹਿਮਾਨ ਕਹਿੰਦੇ ਸੀ ਅੱਲਾ ਦੀ ਰਹਿਮਤ ਆ। ਤੁਹਾਡੇ ਕੋਲ ਕਾਫੀ ਦੀਨੀ ਇਲਮ ਆ ਕਿ ਮਹਿਮਾਨ ਦੇ ਬਾਰੇ ਤੁਸੀਂ ਕੀ ਅੱਜ ਕੱਲ੍ਹ ਨੱਕ ਚੜਾਉਂਦੇ ਨੇ ਅੱਜ ਦੀ ਔਲਾਦ ਜਿਹੜੀ ਆ। ਦੇਖੋ ਜੀ, ਮਹਿਮਾਨ ਜਿਹੜਾ ਉਹ ਅੱਲਾ ਦੀ ਰਹਿਮਤ ਹੁੰਦੀ ਆ, ਅਤੇ ਮਹਿਮਾਨ ਆਪਣਾ ਰਿਜ਼ਕ ਲੈ ਕੇ ਆਉਂਦਾ, ਅਤੇ ਮਹਿਮਾਨ ਵੱਲ ਦੇਖ ਕੇ ਮੂੰਹ ਨਹੀਂ ਵੱਟਣਾ ਚਾਹੀਦਾ, ਕਿਉਂਕਿ ਮਹਿਮਾਨ ਜਿਹੜਾ ਉਹਦੇ ਆਉਣ ਦੇ ਨਾਲ ਅੱਲਾ ਦੀ ਰਹਿਮਤ ਹੁੰਦੀ ਹੈ, ਘਰ 'ਤੇ ਰਿਜ਼ਕ ਵਿੱਚ ਇਜ਼ਾਫਾ ਹੁੰਦਾ। ਅਤੇ ਮਹਿਮਾਨ ਵੱਲ ਦੇਖ ਕੇ ਕਦੇ ਵੀ ਨੱਕ ਮੂੰਹ ਨਹੀਂ ਵੱਟਣਾ ਚਾਹੀਦਾ। ਮਹਿਮਾਨ ਦੀ ਤਵਾਜ਼ਿਆ, ਮਹਿਮਾਨ ਦੀ ਸੇਵਾ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ ਆ, ਆਪਣੇ ਵਸਾਇਲ ਦੇ ਮੁਤਾਬਕ। ਸੱਜਣੋ ਤੇ ਮਿੱਤਰੋ, ਤੁਸੀਂ ਮਜ਼ੀਦ ਵੀ ਸਾਨੂੰ ਮੈਸੇਜ ਕਰਦੇ ਰਹੋ, ਅਤੇ ਜਿਹੜਾ ਇੰਜ ਕਰਕੇ ਹੱਥ ਬਣਿਆ ਉਹਨੂੰ ਲਾਈਕ ਅਤੇ ਡਨ ਵੀ ਕਰ ਦਿਓ। ਬਹੁਤ ਮਿਹਰਬਾਨੀ, ਸ਼ੁਕਰੀਆ, ਬੰਡਲ ਆਫ ਥੈਂਕਸ।